ਵਾਹਿਗੁਰੂ 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 ਵਾਹਿਗੁਰੂ। ਜਪ ਤਪ ਸਤ ਸੰਤੋਖ, ਭਿਖ ਦਰਸ਼ਨ ਗੁਰ ਸਿੱਖ ਹੈ। ਸ਼ਰਨ ਪਰੇ ਤੇ ਉਬਰਹਿ, ਛੋੜ ਜਮਪੁਰ ਕੀ ਲਿਖ ਹੈ। ਭਗਤ ਪਾਏ ਭਰਪੂਰ, ਹਿਰਦੈ ਉਚਰੈ ਕਰਤਾਰੈ। ਗੁਰ ਗੌਹਰ ਦਰਿਆਓ, ਪਲਕ ਡੁਬੰਤ ਹੈ ਤਾਰੈ। ਨਾਨਕ ਕੁਲ ਨਿਮਲ ਅਵਤਰਿ ਹੋ, ਗੁਣ ਕਰਤਾਰੈ ਉਚਰੈ। ਗੁਰ ਅਮਰਦਾਸ ਜਿਨ ਸੇਵਿਓ, ਤਿਨ ਦੁਖ ਦਰਿਦਰ ਪਰ ਹਰ ਪਰੈ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਜੋ ਸੰਸਾਰ ਦੇ ਦੁੱਖਾਂ ਦਾ ਨਾਸ਼ ਕਰਦੇ ਨੇ। ਲਾਹੌਰ ਦੇ ਪਿੰਡ ਖਾਈ ਦਾ ਰਹਿਣ ਵਾਲਾ ਇੱਕ ਪ੍ਰੇਮਾ, ਜੋ ਖੱਤਰੀ ਕੁਲ ਦਾ ਸੀ। ਬਚਪਨ ਦੇ ਵਿੱਚ ਹੀ ਮਾਂ ਚਲੀ ਜਾਂਦੀ ਹੈ, ਪਿਤਾ ਚਲਿਆ ਜਾਂਦਾ ਹੈ। ਨਾ ਕੋਈ ਭੈਣ ਹੈ, ਨਾ ਭਰਾ ਹੈ, ਪਰ ਮਾਇਆ ਬਹੁਤ ਜ਼ਿਆਦਾ ਹੈ। ਸੁੱਖ ਬੜੇ ਨੇ, ਬਹੁਤੇ ਸੁੱਖਾਂ ਨੇ ਪ੍ਰੇਮੇ ਨੂੰ ਨਸ਼ਈ ਬਣਾ ਦਿੱਤਾ। ਨਸ਼ਾ ਕਰਦਾ ਹੈ, ਮਾਇਆ ਕੋਲ ਹੈ, ਸੱਜਣ ਆ ਕੇ ਕੋਲ ਖਲੋਂਦੇ ਨੇ। ਨਾਲੇ ਪਦਾਰਥ ਛਕਦੇ ਨੇ, ਨਾਲੇ ਖਾਣ ਪੀਣ ਵਿੱਚ ਮਸਤ ਨੇ। ਸਮਾਂ ਚੰਗਾ ਹੈ ਤੇ ਸੱਜਣ ਨੇ, ਸਮਾਂ ਮਾੜਾ ਹੈ ਤੇ ਸੱਜਣ ਵੀ ਦੁਸ਼ਮਣ ਬਣ ਜਾਂਦੇ ਨੇ। ਵਕਤ ਦਾ ਬੇਲੀ ਹਰ ਕੋਈ ਬਣਦਾ, ਛਾਲਾ ਵਕਤ ਨਾ ਖਾਵੇ ਡੋਲੇ। ਸੱਜਣ ਬਣ ਦੁਸ਼ਮਣ ਬਹਿੰਦੇ, ਜਦੋਂ ਵਕਤ ਨੂੰ ਪੈਂਦੇ ਰੋਲੇ। ਵਕਤ ਸਲਾਮਤ ਹੋਵੇ ਮਾਹੀ, ਸੱਜਣ ਆਣ ਖਲੋਂਦੇ ਨੇ ਕੋਲੇ। ਗੁਲਾਮ ਫਰੀਦਾ ਇੱਕੋ ਵਕਤ ਨਹੀਂ ਰਹਿੰਦਾ, ਕਦੇ ਮਾਸਾ ਤੇ ਕਦੇ ਤੋਲੇ। ਪ੍ਰੇਮਾ ਖਾਣ ਮੌਜ ਮਸਤੀਆਂ ਵਿੱਚ ਸੀ। ਇਹੋ ਜਿਹਾ ਸਮਾਂ ਬਣ ਗਿਆ, ਜੋ ਮਾਂ ਪਿਓ ਨੇ ਧਨ ਜੋੜਿਆ ਸੀ, ਜਾਇਦਾਦ ਸੀ, ਸਾਰੀ ਨਸ਼ੇ ਵਿੱਚ ਚਲੀ ਗਈ। ਸਰੀਰ ਤੇ ਭਿਆਨਕ ਰੋਗ ਨੇ ਜਨਮ ਲੈ ਲਿਆ, ਸਰੀਰ ਤੇ ਕੋੜ ਹੋ ਗਿਆ। ਇਹੋ ਜਿਹਾ ਕੋੜ ਹੋਇਆ, ਕੁਸ਼ਟ ਰੋਗ ਹੋਇਆ ਕਿ ਇੱਕ ਕੰਗਾਲ ਹੁੰਦਾ ਕੰਗਾਲ ਹੋ ਗਿਆ। ਸਰੀਰ ਚੋਂ ਬਦਬੂ ਆਉਣੀ ਸ਼ੁਰੂ ਹੋ ਗਈ। ਪਿੰਡ ਵਾਲਿਆਂ ਨੇ ਇਹਨੂੰ ਪਿੰਡ ਖਾਈ ਤੋਂ ਬਾਹਰ ਰੱਖ ਦਿੱਤਾ। ਰਸਤੇ ਵਿੱਚ ਬੈਠਾ ਰਹਿੰਦਾ ਹੈ, ਸਰੀਰ ਗਲ ਗਿਆ ਹੈ, ਬਦਬੂ ਆਉਂਦੀ ਹੈ। ਕੋਈ ਉਸ ਨੂੰ ਆਪਣੇ ਨੇੜੇ ਖੜਾ ਨਹੀਂ ਸੀ ਹੋਣ ਦਿੰਦਾ। ਉਸ ਦੇ ਭਿਆਨਕ ਰੂਪ ਨੂੰ ਵੇਖਦਿਆਂ ਨਫ਼ਰਤ ਆਉਂਦੀ ਸੀ। ਮੱਖੀਆਂ ਦਾ ਝੁਰਮਟ ਹਮੇਸ਼ਾ ਉਸ ਦੇ ਨਾਲ ਰਹਿੰਦਾ ਸੀ। ਉਹ ਗਲ ਵਿੱਚ ਮਿੱਟੀ ਦਾ ਭਾਂਡਾ ਬੰਨ੍ਹ ਕੇ ਰੱਖਦਾ ਤੇ ਖੜੇ ਹੁੰਦਿਆਂ ਕੋਈ ਉਸ ਦੇ ਕੋਲ ਨਾ ਆਉਂਦਾ। ਉਹ ਬੈਠ ਕੇ ਕਿਸਰ ਕਿਸਰ ਕੇ ਚੱਲਦਾ ਪ੍ਰੇਮਾ, ਜਿਹੜਾ ਕਦੀ ਸੋਹਣੇ ਬਸਤਰ ਪਾਉਂਦਾ ਸੀ, ਕਈ ਤਰ੍ਹਾਂ ਦਾ ਭੋਜਨ ਛਕਦਾ ਸੀ। ਅੱਜ ਸਮੇਂ ਨੇ ਕਰਵਟ ਬਦਲੀ ਕਿ ਕੋਈ ਦਿਲ ਕਰਦਾ ਤੇ ਪ੍ਰਸ਼ਾਦਾ ਦੇ ਜਾਂਦਾ, ਚਿੱਤ ਨਹੀਂ ਕਰਦਾ ਤੇ ਕੋਈ ਪ੍ਰਸ਼ਾਦਾ ਨਹੀਂ ਦਿੰਦਾ ਹੈ। ਜਿਸ ਦੇ ਕੋਲ ਵੀ ਜਾਂਦਾ ਉਹੀ ਪ੍ਰੇਮੇ ਦਾ ਅਪਮਾਨ ਕਰਦਾ ਹੈ। ਉਸ ਵੱਲ ਕੋਈ ਦੇਖਦਾ ਤੱਕਦਾ ਨਾ। ਪਰ ਲਾਹੌਰ ਤੋਂ ਸੰਗਤ ਗੋਇੰਦਵਾਲ ਸਾਹਿਬ ਆਉਂਦੀ ਸੀ। ਉੱਚੀ ਉੱਚੀ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾਮ ਲੈਂਦੀ ਸੀ। ਜਿਵੇਂ ਕੰਗਾਲ ਨੂੰ ਕਲਪ ਬਿਰਸ਼ ਮਿਲ ਜਾਂਦਾ ਹੈ, ਇਸੇ ਤਰ੍ਹਾਂ ਜਦੋਂ ਗੁਰੂ ਅਮਰਦਾਸ ਜੀ ਦਾ ਨਾਮ ਪ੍ਰੇਮਾ ਸੁਣਦਾ ਤੇ ਮਨ ਵਿੱਚ ਬੜੀ ਸ਼ਾਂਤੀ ਆਉਂਦੀ। ਸੰਗਤਾਂ ਉੱਚੀ ਉੱਚੀ ਆਖਦੀਆਂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ। ਗੁਰੂ ਜੀ ਦਾ ਜਸ ਸੁਣ ਕੇ ਪ੍ਰੇਮਾ ਬੜਾ ਪ੍ਰਸੰਨ ਹੁੰਦਾ। ਜਿਵੇਂ ਕੋਈ ਵੱਡਾ ਕੰਜੂਸ ਧਨ ਦੇ ਆ ਜਾਣ ਕਰਕੇ ਆਨੰਦਿਤ ਹੁੰਦਾ ਹੈ। ਮਨ ਵਿੱਚ ਪ੍ਰੇਮ ਦਾ ਉਛਾਲਾ ਆਉਣ ਕਾਰਨ ਉੱਚੀ ਉੱਚੀ ਗੀਤ ਬੋਲਦਾ, ਗਿਆ ਕਛੋਟਾ ਲਾਧੋਰੇ, ਗਿਆ ਕਛੋਟਾ ਲਾਧੋਰੇ। ਉੱਚੀ ਉੱਚੀ ਗੀਤ ਬੋਲਦਾ।
ਪ੍ਰੇਮ ਦੇ ਉਛਾਲੇ ਕਾਰਨ ਪ੍ਰੇਮ ਦੀ ਬਿਰਹੋਂ ਦੇ ਗੀਤ ਗਾਉਂਦਾ। ਉਸ ਨੂੰ ਸੁਣ ਸੁਣ ਕੇ ਅਮੀਰ ਤੇ ਗਰੀਬ ਆਉਂਦੇ, ਜੋ ਵੀ ਮਨ ਵਿੱਚ ਫੁਰਦਾ ਉਹ ਹੀ ਬੋਲ ਦਿੰਦਾ। ਉਸ ਦੇ ਪ੍ਰੇਮ ਦੀ ਮਸਤੀ ਦੀ ਕੋਈ ਖਬਰ ਨਾ ਲੈਂਦਾ। ਉਹ ਕੋਈ ਰਾਗ, ਕਵਿਤਾ ਜਾਂ ਸ਼ਬਦ ਨਹੀਂ ਸੀ ਜਾਣਦਾ, ਪਰ ਉਹ ਆਪਣੇ ਸਤਿਗੁਰੂ ਨੂੰ ਆਪਣੇ ਸਰੀਰ ਵੱਲੋਂ ਪ੍ਰੇਰਦਾ ਸੀ ਕਿ ਕੋਈ ਮੋਟਾ ਵਾਕ ਹੈ, ਹੁਣ ਮੈਨੂੰ ਗਵਾਚਿਆ ਹੋਇਆ ਸਰੀਰ ਲੱਭ ਗਿਆ ਹੈ। ਦੁਨੀਆ ਵਾਲਿਓ ਸੁਣੋ, ਮੈਂ ਵੱਡੀ ਗੱਲ ਆਖਦਾ ਹਾਂ, ਗਿਆ ਕਛੋਟਾ ਲਾਧੋਰੇ। ਇਹ ਸੁਣ ਕੇ ਲੋਕ ਆਪਸ ਵਿੱਚ ਹੱਸਦੇ। ਉਸ ਨੂੰ ਪਾਣੀ ਅਤੇ ਖਾਣ ਯੋਗ ਪਦਾਰਥ ਲਿਆ ਕੇ ਦੇ ਦਿੰਦੇ। ਹਿਰਦੇ ਵਿੱਚ ਰੀਝ ਨਾਲ ਗੁਰੂ ਜੀ ਨੂੰ ਯਾਦ ਕਰਦਾ। ਗੁਰੂ ਜੀ ਦੇ ਦਰਸ਼ਨ ਕਰਾਂ, ਹਿਰਦੇ ਅੰਦਰ ਬਹੁਤ ਉਤਸ਼ਾਹ ਬਣਿਆ ਰਹਿੰਦਾ। ਮਨ ਵਿੱਚ ਪ੍ਰੇਮਾ ਸੋਚਦਾ ਹੈ, ਕਿਉਂ ਨਾ ਹੋਏ ਕੁਝ ਮਹੀਨੇ ਬਾਅਦ ਹੀ ਸਹੀ, ਇਸ ਚੂਲੇ ਨਾਲ ਕਸੀਟ ਕੇ ਮੈਂ ਗੋਇੰਦਵਾਲ ਪਹੁੰਚ ਜਾਂਦਾ। ਮਨ ਵਿੱਚ ਸ਼ਰਧਾ ਬਣ ਗਈ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਨੂੰ। ਜੋ ਗੁਰੂ ਜੀ ਦੀ ਰਾਹ ਤੇ ਨਿਮਰਤਾ ਨਾਲ ਮਿਲ ਕੇ ਚੱਲੇਗਾ, ਉਸ ਨੂੰ ਸੁੱਖ ਭੋਗ ਤੇ ਮੁਕਤੀ ਦੀ ਪ੍ਰਾਪਤੀ ਕਿਉਂ ਨਾ ਹੋਵੇਗੀ। ਕਾਫੀ ਸਮੇਂ ਬਾਅਦ ਇੱਕ ਕਸੀਟ ਕੇ ਗੋਇੰਦਵਾਲ ਚਲਿਆ ਗਿਆ। ਪਹੁੰਚ ਕੇ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਜਿਵੇਂ ਉਸ ਨੂੰ 9 ਖਜ਼ਾਨੇ ਮਿਲ ਗਏ ਹੋਣ। ਉਸਨੇ ਗੁਰੂ ਜੀ ਦੇ ਦਰਬਾਰ ਅੱਗੇ ਪੁੱਜ ਕੇ ਬਹੁਤ ਸ਼ਰਧਾ ਨਾਲ ਸੰਗਤਾਂ ਦੇ ਚਰਨਾਂ ਦੀ ਧੂੜੀ ਸਿਰ, ਮੂੰਹ ਅਤੇ ਸਰੀਰ ਤੇ ਮਲ ਲਈ। ਕਿੰਨੀ ਦੇਰ ਬੈਠਾ ਰਿਹਾ। ਜੋ ਸਿੱਖ ਆਉਂਦੇ ਉਸ ਨੂੰ ਵੇਖ ਕੇ ਕੋੜੀ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਦਾ, ਇਹੋ ਹੀ ਗੱਲ ਆਖਦੇ। ਜਦੋਂ ਪ੍ਰੇਮਾ ਇਹ ਗੱਲ ਸੁਣਦਾ ਤੇ ਬੜਾ ਦੁੱਖ ਲੱਗਦਾ, ਜੇ ਮੈਨੂੰ ਹੁਣ ਵੀ ਦਰਸ਼ਨ ਨਾ ਹੋਏ ਤੇ ਆਉਣ ਦੀ ਮਿਹਨਤ ਫਜ਼ੂਲ ਹੋ ਜਾਵੇਗੀ। ਮੈਨੂੰ ਦੁੱਖ ਨਾਲ ਘਿਰੇ ਹੋਏ ਨੂੰ ਫਲ ਵੀ ਨਹੀਂ ਪ੍ਰਾਪਤ ਹੋਇਆ। ਮੈਂ ਅਭਾਗਾ, ਜਿੱਥੇ ਕਿਤੇ ਵੀ ਜਾਂਦਾ ਹਾਂ ਉੱਥੇ ਮੈਨੂੰ ਕੋਈ ਫਲ ਪ੍ਰਾਪਤ ਨਹੀਂ ਹੁੰਦਾ। ਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਮੈਂ ਕਿਧਰੇ ਵੀ ਨਹੀਂ ਜਾਣਾ ਹੈ। ਇਸੇ ਥਾਂ ਤੇ ਮਰ ਜਾਵਾਂ ਪਰ ਮੈਂ ਦਰਸ਼ਨ ਕਰਨੇ ਨੇ। ਲਾਹਨਤ ਹੈ ਮੇਰੇ ਜੀਵਨ ਨੂੰ, ਹੁਣ ਤਾਂ ਮੇਰੀ ਜਾਨ ਕਿਉਂ ਨਾ ਨਿਕਲ ਜਾਵੇ। ਗੁਰਾਂ ਦੇ ਦਰ ਤੇ ਪਿਆ ਰਹਿਣਾ ਹੈ। ਸਾਹਮਣੇ ਪਿਆ ਰਹਿੰਦਾ ਪਰ ਉਸ ਨੂੰ ਥਾਂ ਛੱਡਣ ਨੂੰ ਚਿੱਤ ਨਾ ਕਰਦਾ। ਉਸ ਨੇ ਗੁਰੂ ਜੀ ਵਿੱਚ ਬਹੁਤ ਪ੍ਰੇਮ ਧਾਰਨ ਰੱਖਿਆ ਸੀ। ਹਰ ਰੋਜ਼ ਆਪਣੇ ਮੂੰਹ ਤੋਂ ਗੁਰੂ ਗੁਰੂ, ਧੰਨ ਗੁਰੂ ਅਮਰਦਾਸ ਜੀ ਦਾ ਨਾਮ ਲੈਂਦਾ ਤੇ ਉੱਚੀ ਸਾਰੀ ਫਿਰ ਬੋਲਦਾ, ਗਿਆ ਕਛੋਟਾ ਲਾਧੋਰੇ। ਇਹ ਬਾਰ-ਬਾਰ ਗੀਤ ਗਾਇਨ ਕਰਦਾ। ਉਹ ਲੋਕਾਂ ਦੇ ਆਖਣ ਤੇ ਮੁੜ ਮੁੜ ਕੇ ਉੱਚੀ ਗਾਉਂਦਾ। ਦਿਨ ਰਾਤ ਗੁਰੂ ਜੀ ਦੇ ਦਰਸ਼ਨਾਂ ਦੀ ਚਾਹ ਨਾਲ ਗੁਜ਼ਾਰ ਦਿੰਦਾ ਕਿ ਮੈਂ ਪਿਛਲੇ ਜਨਮ ਵਿੱਚ ਕੋਈ ਵੱਡਾ ਪਾਪੀ ਹਾਂ, ਜਿਸ ਦੇ ਸਿੱਟੇ ਵਜੋਂ ਮੈਨੂੰ ਚਿੰਤਾ, ਰੋਗ, ਦੁੱਖ ਤੇ ਕਲੇਸ਼ ਵਿਆਪੇ। ਸਾਰਾ ਜਗਤ ਹਰ ਰੋਜ਼ ਗੁਰੂ ਜੀ ਦੇ ਦਰਸ਼ਨ ਕਰਦਾ ਹੈ। ਮੇਰੇ ਸਰੀਰ ਤੇ ਪਾਕ ਵਗਦੀ, ਕੋੜ ਵਗਦੀ, ਕੋਈ ਪਾਪ ਕੀਤਾ ਜਿਹਦੇ ਕਾਰਨ ਮੈਨੂੰ ਸਤਿਗੁਰੂ ਦੇ ਦਰਸ਼ਨ ਨਹੀਂ ਹੋ ਰਹੇ ਨੇ। ਮੈਂ ਹੁਣ ਗੁਰੂ ਜੀ ਦੇ ਦਵਾਰ ਨੂੰ ਨਹੀਂ ਛੱਡਣਾ। ਦੁੱਖ ਵਿੱਚ ਭਾਵੇਂ ਜੀਵਾਂ ਭਾਵੇਂ ਮਰ ਜਾਵਾਂ, ਮਨ ਵਿੱਚ ਦਿਨ ਰਾਤ ਸੋਚਦਾ ਰਹਿੰਦਾ। ਦਇਆ ਕਰਕੇ ਕੋਈ ਸਿੱਖ ਉਸ ਨੂੰ ਪਾਣੀ ਤੇ ਭੋਜਨ ਦੇ ਜਾਂਦਾ। ਗੁਰੂ ਜੀ ਦੇ ਦਰਸ਼ਨਾਂ ਲਈ ਬੈਠਾ ਰਹਿੰਦਾ। ਕਦੇ ਕਦੇ ਬਹੁਤ ਕਸ਼ਟ, ਕਦੇ ਬਹੁਤ ਪ੍ਰੇਮ ਵਧਿਆ ਹੁੰਦਾ ਤੇ ਬੋਲਦਾ ਬੋਲਦਾ ਕਦੇ ਜ਼ਮੀਨ ਤੇ ਵੀ ਡਿੱਗ ਪੈਂਦਾ, ਰੋਂਦਾ ਹੋਇਆ ਪਿਆ ਰਹਿੰਦਾ। ਗੁਰੂ ਜੀ ਦੇ ਦਰਸ਼ਨਾਂ ਨੂੰ ਬਹੁਤ ਪਿਆਰੇ ਸਮਝਦਾ। ਇੰਨੇ ਦੁਖੀ ਤੇ ਵਿਆਕਲ ਨੂੰ ਦੇਖ ਕੇ ਸਿੱਖਾਂ ਦੇ ਹਿਰਦੇ ਦਇਆ ਕਾਰਨ ਪਿਘਲ ਜਾਂਦੇ। ਇੱਕ ਦਿਨ ਗੁਰੂ ਜੀ ਅੱਗੇ ਬੇਨਤੀ ਕੀਤੀ, ਸਤਿਗੁਰੂ ਜੀ, ਇੱਕ ਕੋੜੀ ਹੈ ਜਿਸ ਦੇ ਸਰੀਰ ਨੂੰ ਬਹੁਤ ਜ਼ਿਆਦਾ ਕਸ਼ਟ ਹੈ। ਉਹ ਆਪ ਜੀ ਦੇ ਬੂਹੇ ਅੱਗੇ ਪਿਆ ਹੈ। ਉਹ ਸਾਰਿਆਂ ਨੂੰ ਗੀਤ ਗਾ ਕੇ ਹਸਾਉਂਦਾ ਰਹਿੰਦਾ ਹੈ। ਉੱਚੀ ਸਾਰੀ ਆਖਦਾ, ਗਿਆ ਕਛੋਟਾ ਲਾਧੋਰੇ। ਉਸ ਨੂੰ ਤੁਹਾਡੇ ਦਰਸ਼ਨਾਂ ਦੀ ਇੱਛਾ, ਸਤਿਗੁਰੂ ਜੀ। ਉਹ ਹਮੇਸ਼ਾ ਤੁਹਾਡੇ ਨਾਮ ਦਾ ਨਾਮ ਜਪਦਾ ਰਹਿੰਦਾ ਹੈ। ਉਹ ਮੂੰਹ ਤੋਂ ਜਿਹੜਾ ਗੀਤ ਗਾਉਂਦਾ ਹੈ, ਧੰਨ ਗੁਰੂ ਅਮਰਦਾਸ ਜੀ ਆਖਦਾ ਹੈ। ਗੁਰੂ ਜੀ ਨੇ ਇਹ ਸੁਣ ਕੇ ਫਰਮਾਇਆ, ਜੋ ਕੁਝ ਵੀ ਇਹ ਗਾਉਂਦਾ ਅਸੀਂ ਜਾਣਦੇ ਹਾਂ। ਮੇਰਾ ਸਰੀਰ ਰੂਪੀ ਬਸਤਰ ਦਾ ਜੋ ਪਰਦਾ ਚਲਾ ਗਿਆ ਸੀ, ਉਹ ਮੈਨੂੰ ਫੇਰ ਗੁਰੂ ਜੀ ਤੋਂ ਪ੍ਰਾਪਤ ਹੋ ਗਿਆ ਹੈ। ਇਹ ਗੀਤ ਗਾਉਂਦਾ ਹੈ। ਉਸ ਨੇ ਮੈਨੂੰ ਗੁਰੂ ਜੀ ਨੂੰ ਪ੍ਰਾਪਤ ਕੀਤਾ ਹੈ। ਇਹੋ ਗੱਲ ਉਹ ਬਾਰ-ਬਾਰ ਗਾ ਰਿਹਾ ਹੈ। ਉਸ ਦੇ ਪ੍ਰੇਮ ਨੂੰ ਜਾਣਨਾ
ਮੁਕਤੀ ਪ੍ਰਾਪਤ ਹੋਵੇਗੀ, ਉਸ ਨੂੰ ਇਸੇ ਤਰ੍ਹਾਂ ਕਿੰਨੇ ਦਿਨ ਗੁਜ਼ਰ ਗਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕੋਈ ਸਿੱਖਾਂ ਦੇ ਪ੍ਰਸ਼ਨ ਦਾ ਉੱਤਰ ਨਾ ਦਿੱਤਾ। ਉੱਚੀ ਆਵਾਜ਼ ਨਾਲ ਗੁਰੂ ਜੀ ਨੂੰ ਸੁਣਾਉਂਦਾ, ਪਰ ਗੁਰੂ ਜੀ ਦਰਸ਼ਨ ਹੀ ਨਾ ਦਿੱਤੇ। ਅੰਤਰਜਾਮੀ ਮਾਲਕ ਗੁਰੂ ਜੀ ਅੰਦਰ ਦੀ ਜਾਣਨ ਵਾਲੇ ਸੀ। ਸਮਝ ਗਏ ਕਿ ਭਗਤ ਦੇ ਹਿਰਦੇ ਵਿੱਚ ਪ੍ਰੇਮ ਜਾਗ ਪਿਆ ਹੈ, ਜਿਸ ਦੇ ਮਨ ਨੇ ਹੋਰ ਆਸਰਿਆਂ ਦਾ ਤਿਆਗ ਕਰ ਦਿੱਤਾ। ਨਿਥਾਵਿਆਂ ਦੀ ਥਾਂ ਨਿਮਾਣਿਆਂ ਦੇ ਮਾਨ ਸਤਿਗੁਰੂ ਇਸ ਤਰ੍ਹਾਂ ਆਪਣੇ ਬਿਰਧ ਨੂੰ ਪਛਾਣ ਲਿਆ। ਉਹਨਾਂ ਪ੍ਰਸੰਨ ਹੋ ਕੇ ਸਾਰਿਆਂ ਨੂੰ ਕਿਹਾ, ਹੁਣ ਉਸ ਨੂੰ ਇੱਥੇ ਲੈ ਆਵੋ। ਸਾਡੇ ਇਸ਼ਨਾਨ ਕਰਨ ਲਈ ਜਿਹੜਾ ਜਲ ਇਕੱਠਾ ਕੀਤਾ ਹੋਇਆ ਟਿਕਿਆ ਪਿਆ, ਇਸ ਨੂੰ ਉੱਥੇ ਲੈ ਜਾਓ। ਚੰਗੀ ਤਰ੍ਹਾਂ ਇਸ਼ਨਾਨ ਕਰਾਓ, ਇਸ ਦਾ ਸਾਰਾ ਸਰੀਰ ਨਿਰਮਲ ਹੋ ਜਾਵੇਗਾ। ਤੇ ਮਜੀਠੀ ਰੰਗ ਦਾ ਕੱਪੜਾ ਲਿਆਵੋ, ਉਹ ਇਸ ਦੇ ਸਰੀਰ ਤੇ ਪਹਿਨਾ ਦਿਓ। ਨਹੁੰ ਤੋਂ ਚੋਟੀ ਤੱਕ ਸਾਰਾ ਸਰੀਰ ਢੱਕ ਕੇ ਫਿਰ ਤੁਸੀਂ ਸਾਡੇ ਕੋਲ ਲੈ ਕੇ ਆਓ। ਇਹ ਸੁਣ ਕੇ ਸਿੱਖ ਉਤਸ਼ਾਹ ਹੁਲਾਸ ਵਿੱਚ ਆ ਗਏ। ਕਹਿਣ ਲੱਗੇ, ਉਹ ਸਿੱਖਾ ਤੇਰੇ ਭਾਗ ਜਾਗ ਪਏ ਨੇ। ਉਸ ਨੂੰ ਲਿਜਾ ਕੇ ਜਲ ਨਾਲ ਇਸ਼ਨਾਨ ਕਰਾਇਆ, ਮਜੀਠੀ ਰੰਗ ਦੇ ਬਸਤਰ ਪਹਿਨਾਏ। ਨਹੁੰ ਤੋਂ ਚੋਟੀ ਤੱਕ ਸਾਰਾ ਸਰੀਰ ਢੱਕ ਕੇ ਗੁਰੂ ਜੀ ਕੋਲ ਪਹੁੰਚ ਗਏ। ਕਿਰਪਾਲੂ ਗੁਰੂ ਜੀ ਨੇ ਦਇਆ ਦ੍ਰਿਸ਼ਟੀ ਨਾਲ ਵੇਖ ਕੇ ਆਪਣੇ ਹੱਥ ਨਾਲ ਉਸ ਦਾ ਮੂੰਹ ਬਾਹਰ ਕੱਢਿਆ। ਜਿਸ ਵੇਲੇ ਗੁਰੂ ਜੀ ਦੀ ਨਜ਼ਰ ਪ੍ਰੇਮੇ ਕੋੜੀ ਤੇ ਪਈ, ਉਹ ਕੋੜ ਸਾਰੇ ਦਾ ਸਾਰਾ ਗੁਰੂ ਜੀ ਦੀ ਦ੍ਰਿਸ਼ਟੀ ਨਾਲ ਚਲਿਆ ਗਿਆ। ਉਸ ਨੂੰ ਸਤਨਾਮ ਸ੍ਰੇਸ਼ਟ ਮੰਤਰ ਦਿੱਤਾ, ਉਸ ਦੇ ਮੱਥੇ ਤੇ ਵੱਡਾ ਤਿਲਕ ਲਾ ਦਿੱਤਾ। ਉਸ ਨੂੰ ਧੂੜ ਦੇ ਕਿਣਕੇ ਤੋਂ ਪਰਬਤ ਬਣਾ ਦਿੱਤਾ। ਫਿਰ ਉਸ ਦਾ ਨਾਂ ਸਤਿਗੁਰੂ ਜੀ ਨੇ ਮੁਰਾਰੀ ਰੱਖ ਦਿੱਤਾ। ਗੁਰੂ ਜੀ ਨੇ ਸਾਰੀ ਸੰਗਤ 'ਚ ਆਖਿਆ ਕਿ ਇਹ ਅੱਜ ਤੋਂ ਬਾਅਦ ਸਾਡਾ ਪੁੱਤਰ ਹੈ, ਇਹਦਾ ਨਾਮ ਮੁਰਾਰੀ ਹੈ। ਜਿਸ ਕਿਸੇ ਸਿੱਖ ਦੇ ਘਰ ਪੁੱਤਰੀ ਹੈ, ਉਹ ਮੇਰੀ ਆਗਿਆ ਨਾਲ ਇਸ ਨੂੰ ਦੇ ਦੇਵੇ, ਉਹ ਲੋਕ ਤੇ ਪਰਲੋਕ ਦਾ ਆਨੰਦ ਮਾਣ ਸਕਣਗੇ। ਖੰਡੂਰ ਸਾਹਿਬ ਦਾ ਉੱਚੀ ਕੁਲ ਦਾ ਰਹਿਣ ਵਾਲਾ ਭਾਈ ਸ਼ੀਹਾਂ ਉੱਪਲ ਜੀ ਹੱਥ ਜੋੜ ਕੇ ਸੰਗਤ ਵਿੱਚ ਖੜਾ ਹੋਇਆ। ਮੇਰੇ ਘਰ ਵਰ ਨੂੰ ਪ੍ਰਾਪਤ ਹੋਣ ਵਾਲੀ ਪੁੱਤਰੀ ਹੈ। हे ਪ੍ਰਭੂ ਰੂਪ ਗੁਰੂ ਜੀਓ, ਇਸੇ ਨਾਲ ਵਿਆਹ ਕਰ ਦਿਓ। ਇਹ ਆਖ ਕੇ ਉਹ ਆਪਣੀ ਪੁੱਤਰੀ ਕੋਲ ਆਇਆ ਤੇ ਆਖਿਆ, ਬੇਟੀ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਆ ਹੁਕਮ ਹੈ, ਪਰ ਤੇਰੀ ਮਾਂ ਖੋਟੀ ਹੈ, ਲੜਾਕੀ ਹੈ, ਕਠੋਰ ਹੈ, ਉਹਨੇ ਨਹੀਂ ਮੰਨਣਾ ਹੈ। ਤੂੰ ਸੋਹਣੇ ਇਸ਼ਨਾਨ ਕਰਕੇ ਬਸਤਰ ਪਾ। ਸਭ ਕੁਝ ਦੱਸਿਆ। ਪੁੱਤਰੀ ਨੂੰ ਲੈ ਕੇ ਗੁਰੂ ਅਮਰਦਾਸ ਜੀ ਕੋਲ ਆ ਗਏ। ਛੀਆਂ ਉੱਪਲ ਜੀ ਆਪਣੀ ਘਰਵਾਲੀ ਨੂੰ ਆਖਣ ਲੱਗੇ ਕਿ ਅੱਜ ਤੈਨੂੰ ਹੁਕਮ ਹੈ ਗੁਰੂ ਅਮਰਦਾਸ ਜੀ ਦਾ ਕਿ ਸਾਰੀ ਦਿਹਾੜੀ ਤੂੰ ਅੱਜ ਗੁਰੂ ਦੇ ਲੰਗਰਾਂ ਵਿੱਚ ਲੰਗਰ ਦੀ ਸੇਵਾ ਕਰਨੀ ਹੈ। ਛੀਆਂ ਉੱਪਲ ਜੀ ਆਪਣੀ ਪੁੱਤਰੀ ਨੂੰ ਗੁਰੂ ਅਮਰਦਾਸ ਜੀ ਕੋਲ ਖੜਾ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੁਰਾਰੀ ਨਾਲ ਛੀਆਂ ਉੱਪਲ ਦੀ ਲੜਕੀ ਦਾ ਆਨੰਦ ਕਾਰਜ ਕਰਵਾ ਦਿੱਤਾ। ਸੁੱਖਾਂ ਦੇ ਭੋਗ ਅਤੇ ਮੁਕਤੀ ਬਖਸ਼ ਦਿੱਤੀ। ਅਜਿਹੇ ਗੁਰੂ ਜੀ ਨੂੰ ਨਹੀਂ ਜਪਦੇ ਜੋ ਉਹ ਬੁੱਧੀ ਰਹਿਤ ਹਨ। ਜਿਹੜੇ ਗੁਰੂ ਜੀ ਦਾ ਨਾਮ ਜਪਦੇ ਨੇ, ਸਾਰੇ ਸੁੱਖ ਗੁਰੂ ਅਮਰਦਾਸ ਜੀ ਉਹਨਾਂ ਦੇ ਘਰ ਪਾ ਦਿੰਦੇ ਨੇ। ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਇਹ ਜੋੜੀ ਸੋਹਣੀ ਲੱਗਣ ਲੱਗ ਪਈ। ਗੁਰੂ ਜੀ ਦੀ ਅਥਾਹ ਮਹਿਮਾ ਜਾਣ ਕੇ ਦੇਖਣ ਤੇ ਸੁਣਨ ਵਾਲੇ ਹੈਰਾਨ ਹੁੰਦੇ। ਉਹ ਜੋ ਚਾਹਣ ਸਭ ਕੁਝ ਕਰ ਸਕਦੇ ਨੇ, ਸਾਰੀਆਂ ਕਲਾਵਾਂ ਦੇ ਆਪ ਸੰਪੂਰਨ ਨੇ। ਇੰਨੀ ਗੱਲ ਜਦੋਂ ਛੀਆਂ ਉੱਪਲ ਦੀ ਪਤਨੀ ਨੂੰ ਲੰਗਰ ਪਕਾਉਂਦਿਆਂ ਪਤਾ ਲੱਗੀ, ਬੜੀ ਦੁਖੀ ਹੋਈ। ਸਿਰ ਮਾਰਨ ਲੱਗੀ, ਵਰਲਾਪ ਕਰਦੀ ਹੋਈ ਗੁਰੂ ਜੀ ਦੇ ਕੋਲ ਆਈ। ਕਹੇ, ਧੀਰ ਜਵਾਨ ਪ੍ਰਭੂ ਜੀਓ, ਤੁਸੀਂ ਇਹ ਕੀ ਕਰ ਦਿੱਤਾ? ਇੱਕ ਕੋੜੀ ਜਿੱਦਾਂ ਨਾ ਕੋਈ ਮਾਂ ਹੈ, ਪਿਤਾ ਹੈ, ਕੁਲਹੀਣ ਹੈ, ਉਸ ਬੇਨਾਵੇਂ ਨੂੰ ਤੁਸੀਂ ਮੇਰੀ ਪੁੱਤਰੀ ਦਾ ਆਨੰਦ ਕਾਰਜ ਕਰਵਾ ਦਿੱਤਾ। ਗੁਰੂ ਅਮਰਦਾਸ ਮਹਾਰਾਜ ਜੀ ਛੀਆਂ ਉੱਪਲ ਦੀ ਘਰ ਦੀ ਨੂੰ ਵਰਲਾਪ ਕਰਦਿਆਂ ਦੇਖ ਕੇ ਹੱਸ ਪਏ। ਕਿਰਪਾ ਦੇ ਵਿੱਚ ਰੰਗੇ ਹੋਏ ਰਮੇ ਹੋਏ ਬੋਲੇ, ਬੇਟੀ ਇਸ ਨੂੰ ਮੁਰਾਰੀ ਨੂੰ ਮੇਰਾ ਪੁੱਤਰ ਜਾਣੋ। ਤੂੰ ਆਖਦੀ ਇਹਦਾ ਕੋਈ ਮਾਂ ਪਿਓ ਨਹੀਂ, ਅਸੀਂ ਇਹਦੇ ਪਿਤਾ ਹਾਂ। ਇਹ ਸਾਡਾ ਪੁੱਤਰ ਹੈ। ਅੱਜ ਤੋਂ ਬਾਅਦ ਇਹ ਮੁਰਾਰੀ ਹੈ ਤੇ ਜਿਸ ਨਾਲ ਤੁਹਾਡੀ ਪੁੱਤਰੀ ਦਾ ਵਿਆਹ ਕੀਤਾ ਹੈ, ਤੇ ਅੱਜ ਤੋਂ ਬਾਅਦ ਤੇਰੀ ਪੁੱਤਰੀ ਦਾ ਨਾਮ ਮੱਥੋ ਹੈ। ਇਸ ਦਾ ਨਾਮ ਮੁਰਾਰੀ ਕਥਨ ਹੈ।
ਜੋ ਪੁਰਸ਼ ਮੱਥੋ ਮਰਾਰੀ ਦਾ ਨਾਮ ਸਿਮਰੇਗਾ ਉਸ ਦੇ ਸਾਰੇ ਕਾਰਜ ਰਾਸ ਹੋਣਗੇ। ਪ੍ਰਥਮੇ ਤੁਮਰੀ ਸੁੱਤਾ ਕੋ ਨਾਮ, ਪਿੱਛੇ ਮਰਾਰੀ ਪੂਰਨ ਕਾਮ। ਮੱਥੋ ਮਰਾਰੀ ਜਜ ਹੈ ਲੋਗ, ਇੱਕ ਵੱਡ ਭਾਗੀ ਨੂੰ ਪਰਹਰਸ। ਅੱਜ ਤੋਂ ਬਾਅਦ ਸਾਡੇ ਪੁੱਤਰ ਤੋਂ ਪਹਿਲਾਂ ਤੇਰੀ ਪੁੱਤਰੀ ਮੱਥੋ ਦਾ ਨਾਮ ਆਏਗਾ। ਇਹ ਦੋਵੇਂ ਵੱਡੇ ਭਾਗਾਂ ਵਾਲੇ ਬਣ ਗਏ ਨੇ, ਮੇਰਾ ਪ੍ਰੇਮਾ ਭਗਤੀ ਵਿੱਚ ਮਗਨ ਨੇ। ਉਹ ਚੁੱਪ ਧਾਰ ਕੇ ਫਿਰ ਘਰ ਨੂੰ ਚਲੀ ਗਈ। ਗੁਰੂ ਜੀ ਨੇ ਜੋੜੇ ਨੂੰ ਆਗਿਆ ਦਿੱਤੀ, ਹੇ ਮੱਥੋ ਮਰਾਰੀ ਹੁਣ ਤੁਸੀਂ ਚਲੇ ਜਾਓ। ਲੋਕਾਂ ਨੂੰ ਸਤਨਾਮ ਦਾ ਉਪਦੇਸ਼ ਦ੍ਰਿੜ ਕਰਵਾਓ। ਜਗਤ ਵਿੱਚ ਗੁਰੂ ਦੀ ਸਿੱਖੀ ਦਾ ਵਾਧਾ ਕਰੋ। ਆਪਣੇ ਘਰ ਵਸੋ ਰਸੋ ਹਮੇਸ਼ਾ ਸੁੱਖਾਂ ਦੀ ਪ੍ਰਾਪਤੀ, ਪਰ ਸੁੱਖ ਵੇਲੇ ਪਰਮਾਤਮਾ ਨੂੰ ਨਹੀਂ ਭੁੱਲਣਾ ਹੈ। ਤੂੰ ਜਿਹੜਾ ਬਚਨ ਬੋਲੇਗਾ ਉਹ ਪੂਰਾ ਹੋ ਜਾਵੇਗਾ। ਜਿਸ ਨੂੰ ਵੀ ਚਾਹੇ ਵਰ ਜਾਂ ਸਰਾਪ ਦੇ ਸਕੇਗਾ। ਤੇਰੀ ਭਗਤੀ ਹੁਣ ਸੰਪੂਰਨ ਹੋ ਗਈ ਹੈ। ਹੁਣ ਤੈਨੂੰ ਮਹਾਨ ਸੁੰਦਰ ਮੁਕਤੀ ਪ੍ਰਾਪਤ ਹੋ ਗਈ ਹੈ। ਜੋ ਵੀ ਤੈਨੂੰ ਮਿਲੇਗਾ ਉਹ ਸਾਰਾ ਸੰਸਾਰ ਦਾ ਪਾਰ ਉਤਾਰਾ ਹੋ ਜਾਵੇਗਾ। ਇਸ ਤੋਂ ਪਰੇ ਹੋਰ ਕੀ। ਸੁੱਖ ਮੁਕਤੀ ਅਤੇ ਨਰੋਸ ਸਰੀਰ ਦੇ ਕੇ ਉਸ ਨੂੰ ਵਿਦਾ ਕਰ ਦਿੱਤਾ। ਉਹ ਸੁੱਖਾਂ ਦੀ ਪ੍ਰਾਪਤੀ ਕਰਕੇ ਆਪਣੇ ਪਿੰਡ ਲਾਹੌਰ ਮੱਥੋ ਨੂੰ ਲੈ ਕੇ ਖੀਵਾ ਚਲਿਆ ਗਿਆ, ਜਿੱਥੇ ਮੱਥੋ ਮਰਾਰੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੜੀ ਉਪਮਾ ਕੀਤੀ। ਧੰਨ ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ਕਿ ਜਿਹੜਾ ਵੀ ਕੋਈ ਰੋਗੀ ਇਸ ਕਥਾ ਨੂੰ ਪ੍ਰੇਮ ਨਾਲ ਸੁਣੇਗਾ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਜਾਪ ਕਰਕੇ ਕੜਾ ਪ੍ਰਸ਼ਾਦ ਦੀ ਦੇਹ ਕਰੇਗਾ, ਉਸ ਦਾ ਸਾਰਾ ਰੋਗ ਚਲਿਆ ਜਾਏਗਾ। ਪ੍ਰੇਮ ਸਹਿਤ ਮੱਥੋ ਮਰਾਰੀ ਦੀ ਸਾਖੀ ਸੁਣਨ ਨਾਲ ਜਿੱਥੇ ਕਸ਼ਟ ਦੂਰ ਹੋਣਗੇ, ਉੱਥੇ ਸਾਰੇ ਦੇ ਸਾਰੇ ਕਾਰਜ ਵੀ ਉਹਨਾਂ ਗੁਰਸਿੱਖਾਂ ਦੇ ਰਾਸ ਹੋ ਜਾਣਗੇ, ਜਿਨ੍ਹਾਂ ਦੇ ਕੋਲ ਪਰਮਾਤਮਾ ਦੇ ਨਾਮ ਦੀ ਭਗਤੀ ਹੋਏਗੀ। ਧੰਨ ਮੱਥੋ ਮੁਰਾਰੀ ਜੀ, ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਦੁੱਖ ਦੂਰ ਹੋਇਆ, ਸਾਰੇ ਸੁੱਖਾਂ ਦੀ ਪ੍ਰਾਪਤੀ ਧੰਨ ਗੁਰੂ ਅਮਰਦਾਸ ਜੀ ਕੋਲੋਂ ਮਿਲ ਗਈ ਤੇ ਸਤਿਗੁਰੂ ਕੋਲੋਂ ਆਗਿਆ ਲੈ ਕੇ ਆਪਣੇ ਘਰ ਨੂੰ ਚਲੇ ਗਏ। ਸਾਰੇ ਆਖੋ ਜੀ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ।